ਵੈਲਕਮ ਸਟੂਡੈਂਟਸ। ਅੱਜ ਅਸੀਂ ਕਰਾਂਗੇ ਤੁਹਾਡਾ ਬੀਐਡ ਸੈਕੰਡ ਸਮੈਸਟਰ ਦਾ 9ਵਾਂ ਪੇਪਰ। ਉਸ ਦਾ ਟੌਪਿਕ ਆ ਨੀਤੀ ਨਿਰਮਾਣ ਕਰਨ ਤੋਂ ਤੁਸੀਂ ਕੀ ਸਮਝਦੇ ਹੋ। ਨੀਤੀ ਨਿਰਮਾਣ ਦੇ ਪੜਾਅ ਤੇ ਦਿਸ਼ਾ ਨਿਰਦੇਸ਼ਾਂ ਬਾਰੇ ਚਰਚਾ ਕਰੋ। ਲੌਂਗ ਕੁਐਸਚਨ ਹੈ ਤੁਹਾਡਾ। ਸਭ ਤੋਂ ਪਹਿਲਾਂ ਮੀਨਿੰਗ ਕਰਾਂਗੇ ਨੀਤੀ ਨਿਰਮਾਣ। ਨੀਤੀ ਨਿਰਮਾਣ ਕੀ ਹੁੰਦਾ? ਨੀਤੀ ਦਾ ਨਿਰਮਾਣ ਇੱਕ ਵਿਕਾਸਸ਼ੀਲ ਪ੍ਰਕਿਰਿਆ ਹੈ ਜਿਸ ਵਿੱਚ ਕਿਸੇ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਦੀਆਂ ਹਨ। ਇਹ ਪ੍ਰਕਿਰਿਆ ਕਈ ਪੜਾਵਾਂ ਵਿੱਚੋਂ ਗੁਜ਼ਰਦੀ ਹੈ। ਨੀਤੀ ਇੱਕ ਤਰਕ ਸੰਗਤ ਪ੍ਰਕਿਰਿਆ ਹੈ ਜਿਸ ਦੇ ਵਿਕਾਸ ਅਤੇ ਨਿਰਮਾਣ ਵਿੱਚ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਸਮੂਹ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਬਹੁਤ ਸਾਰੀਆਂ ਖੇਤਰੀ ਸਥਾਨਿਕ ਸੰਸਥਾਗਤ ਸੰਸਥਾਵਾਂ ਨੀਤੀ ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਜੇ ਹੁਣ ਨੀਤੀ ਦਾ ਮੀਨਿੰਗ ਅਸੀਂ ਦੇਖਦੇ ਹਾਂ ਕਿ ਨੀਤੀ ਨਿਰਮਾਣ ਆ ਜਿਹੜਾ ਉਹ ਬਹੁਤ ਸੌਖਾ ਕੰਮ ਨਹੀਂ ਹੈਗਾ। ਇੱਕ ਰਾਸ਼ਟਰ ਲਈ ਨੀਤੀ ਨਿਰਮਾਣ ਕਰਨਾ ਬਹੁਤ ਹੀ ਜ਼ਿਆਦਾ ਜਟਿਲ ਪ੍ਰਕਿਰਿਆ ਹੈ ਕਿਉਂਕਿ ਇਹਦੇ ਵਿੱਚ ਸਾਰੇ, ਖਾਸ ਤੌਰ 'ਤੇ ਲੋਕਤੰਤਰਿਕ ਦੇਸ਼ ਲਈ, ਕਿਉਂਕਿ ਇਹਦੇ ਵਿੱਚ ਸਾਰੇ ਲੋਕਾਂ ਨੂੰ ਸ਼ਾਮਿਲ ਕਰਨਾ ਹੁੰਦਾ ਹੈ ਤਾਂ ਹੀ ਨੀਤੀਆਂ ਦਾ ਨਿਰਮਾਣ ਹੋ ਸਕਦਾ ਹੈ। ਨਹੀਂ ਤਾਂ ਫਿਰ ਜਿਹੜੀਆਂ ਵੀ ਨੀਤੀਆਂ ਜਨ ਚਰਚਾ ਤੋਂ ਬਿਨਾਂ ਰਹਿ ਜਾਂਦੀਆਂ ਨੇ ਤਾਂ ਉਹ ਜ਼ਿਆਦਾ ਸਫਲ ਨਹੀਂ ਹੁੰਦੀਆਂ। ਸਿੱਖਿਆ ਇੱਕ ਅਜਿਹਾ ਮੁੱਦਾ ਹੈ ਜਿਹੜਾ ਸਮਾਜ ਨਾਲ ਜੁੜਿਆ ਹੋਇਆ ਹੈ ਤਾਂ ਸਮਾਜ ਦੀ ਰਾਏ ਮੁਤਾਬਕ ਹੀ ਜਿਹੜੀਆਂ ਨੀਤੀਆਂ ਨੇ ਉਹ ਘੜੀਆਂ ਜਾ ਸਕਦੀਆਂ ਨੇ। ਤਾਂ ਅੱਜ ਅਸੀਂ ਇਹੀ ਟੌਪਿਕ ਕਰ ਰਹੇ ਹਾਂ। ਇਹ ਨੀਤੀ ਨਿਰਮਾਣ ਦਾ ਮੀਨਿੰਗ ਕੀਤਾ ਹੈ। ਤੁਸੀਂ ਅੱਗੇ ਅਸੀਂ ਕਰਾਂਗੇ ਇਸ ਦੇ ਪੜਾਅ। ਜਿਹੜੇ ਨੀਤੀ ਨਿਰਮਾਣ ਦੇ ਵਿਕਾਸ ਦੇ ਪੜਾਅ ਨੇ ਉਹ ਇੱਕ ਮਾਡਲ ਰਾਹੀਂ ਸ਼ੋਅ ਕੀਤੇ ਗਏ ਨੇ ਤੁਹਾਨੂੰ। ਨੀਤੀ ਨਿਰਮਾਣ ਦਾ ਸਭ ਤੋਂ ਪਹਿਲਾ ਪੜਾਅ ਹੈਗਾ ਆਰੰਭ। ਤਾਂ ਇਸ ਤੋਂ ਭਾਵ ਆ ਕਿ ਜੋ ਵੀ ਸਮੱਸਿਆ ਹੈ ਉਸ ਦਾ ਆਰੰਭ ਕਿਵੇਂ ਹੁੰਦਾ ਹੈ ਜਾਂ ਨੀਤੀ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਿਵੇਂ ਹੁੰਦੀ ਹੈ। ਫਿਰ ਹੈਗਾ ਵਿਚਾਰਾਂ ਦਾ ਮੁੱਢ ਸੰਗਠਨ। ਤਾਂ ਜਿਹੜੀਆਂ ਵੀ ਜੋ ਵੀ ਨੀਤੀ ਦਾ ਕਾਰਨ ਬਣਦਾ ਹੈ ਆਰੰਭ ਹੋਣ ਦਾ, ਉਸ ਦੇ ਮੁਤਾਬਕ ਵਿਚਾਰਾਂ ਦਾ ਸੰਗਠਨ ਹੁੰਦਾ ਹੈ। ਤਾਂ ਉਸ ਸਥਿਤੀ ਦੇ ਮੁਤਾਬਕ ਜਿਹੜੇ ਸੁਝਾਅ ਨੇ ਉਹ ਇਕੱਠੇ ਕੀਤੇ ਜਾਂਦੇ ਨੇ। ਫਿਰ ਅੱਗੇ ਹੈਗਾ ਵਿਕਲਪ ਦਾ ਉਭਾਰ। ਵਿਕਲਪ ਦੇ ਉਭਾਰ ਦੇ ਵਿੱਚ ਤੁਸੀਂ ਲਿਖੋਗੇ ਕਿ ਨੀਤੀ ਦੇ ਨਿਰਮਾਣ ਲਈ ਵਿਸ਼ੇਸ਼ ਜਿਹੜੇ ਨੁਕਤੇ ਨੇ ਉਹ ਪੇਸ਼ ਕੀਤੇ ਜਾਂਦੇ ਨੇ ਜਾਂ ਆਪਸ਼ਨ ਦਿੱਤੇ ਜਾਂਦੇ ਨੇ ਕਿ ਅਲੱਗ-ਅਲੱਗ ਜਿਹੜੇ ਨੇ ਸੁਝਾਅ ਦਿੱਤੇ ਜਾਂਦੇ ਨੇ। ਫਿਰ ਅੱਗੇ ਹੈਗਾ ਤੁਹਾਡਾ ਵਾਦ ਵਿਵਾਦ ਅਤੇ ਬਹਿਸ। ਤਾਂ ਡਿਸਕਸ਼ਨ ਤੇ ਡਿਬੇਟ ਵਾਲਾ ਜਿਹੜਾ ਪੜਾਅ ਹੈ ਉਹਦੇ ਵਿੱਚ ਜੋ ਵੀ ਸਮੱਸਿਆ ਜਿਹੜੀ ਮੇਨ ਹੈਗੀ ਆ ਉਸ ਦੇ ਜੋ ਵੀ ਸੁਝਾਅ ਆਏ ਨੇ ਉਹਨਾਂ ਉੱਪਰ ਬਹਿਸ ਕਰਨੀ ਜਾਂ ਵਾਦ ਵਿਵਾਦ ਕਰਨਾ, ਡਿਬੇਟ ਕਰਨੀ। ਉਚਿਤ ਜਿਹੜਾ ਨੀਤੀ ਲਈ ਉਚਿਤ ਜਿਹੜਾ ਸੁਝਾਅ ਹੈ ਉਸ ਨੂੰ ਲੱਭਣ ਲਈ ਇਹ ਜਿਹੜਾ ਚੀਜ਼ ਆ ਇਹ ਆਰਗੇਨਾਈਜ਼ ਕੀਤੀ ਜਾਂਦੀ ਆ। ਫਿਰ ਹੈਗੀ ਆ ਵੈਧਤਾ। ਨੀਤੀ ਨਿਰਮਾਣ ਉਹਨਾਂ ਹੀ ਸੁਝਾਵਾਂ ਨੂੰ ਅੱਗੇ ਲੈ ਕੇ ਜਾਂਦਾ ਹੈ ਜਿਨ੍ਹਾਂ ਦੀ ਕੋਈ ਵੈਧਤਾ ਹੋਵੇ। ਤਾਂ ਨੀਤੀ ਨਿਰਮਾਣ ਦਾ ਮੂਲ ਜਿਹੜਾ ਇੱਕ ਕਹਿ ਲਓ ਪੁਆਇੰਟ ਆ ਉਹ ਵੈਧਤਾ ਹੈ ਕਿਉਂਕਿ ਜਿਹੜੇ ਵੀ ਸੁਝਾਵਾਂ ਦੀ ਚੋਣ ਕਰਨੀ ਆ ਉਹ ਸਾਰੇ ਜਿਹੜੇ ਨੇ ਉਹ ਅਸਲ ਜ਼ਿੰਦਗੀ ਦੇ ਵਿੱਚ ਲਾਗੂ ਹੋਣ ਵਾਲੇ ਹੋਣੇ ਚਾਹੀਦੇ ਨੇ। ਫਿਰ ਹੈਗਾ ਲਾਗੂ ਕਰਨਾ, ਇੰਪਲੀਮੈਂਟ ਕਰਨਾ। ਜੋ ਵੀ ਸੁਝਾਅ ਮਿਲੇ ਨੇ, ਜੋ ਵੀ ਅਸੀਂ ਆਰੰਭ ਤੋਂ ਸ਼ੁਰੂ ਤੋਂ ਜੋ ਵੀ ਸਟੈਪ ਕੀਤੇ ਨੇ ਲਾਸਟ 'ਤੇ ਲਾਗੂ ਕਰਨਾ ਹੁੰਦਾ। ਤਾਂ ਵੈਧਤਾ ਜਦੋਂ ਤੱਕ ਪਹੁੰਚ ਗਈ ਕਿ ਸੁਝਾਅ ਹੈ ਜਿਹੜਾ ਪੂਰੇ ਸਹੀ ਨੇ ਜੋ ਵੀ ਮਿਲੇ ਨੇ ਨੀਤੀ ਨਿਰਮਾਣ ਲਈ ਤਾਂ ਉਹ ਨੀਤੀ ਆ ਜਿਹੜੀ ਉਹ ਲਾਗੂ ਕਰ ਦਿੱਤੀ ਜਾਂਦੀ ਆ। ਤਾਂ ਇਸ ਤਰ੍ਹਾਂ ਨਾਲ ਨੀਤੀ ਆ ਜਿਹੜੀ ਉਹ ਸਟੈਪ ਬਾਏ ਸਟੈਪ ਆ ਜਿਹੜੀ ਉਹ ਚੱਲਦੀ ਆ। ਅੱਗੇ ਜਰਨਲ ਜਿਹੜੀਆਂ ਗਾਈਡਲਾਈਨਸ ਨੇ ਤੁਹਾਡੀਆਂ ਨੀਤੀ ਨਿਰਮਾਣ ਦੀਆਂ ਜਾਂ ਹਾਊ ਪਾਲਿਸੀਜ਼ ਆਰ ਚੇਂਜਿੰਗ। ਸ਼ਾਰਟ ਨੋਟ ਤੁਹਾਨੂੰ ਇਹ ਆ ਸਕਦਾ ਹੈ ਕਿ ਪਾਲਿਸੀਆਂ ਚੇਂਜ ਕਿਵੇਂ ਹੁੰਦੀਆਂ ਨੇ ਜਾਂ ਕੀ ਗਾਈਡਲਾਈਨਸ ਨੇ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ। ਇਹਦੇ ਵਿੱਚ ਸਭ ਤੋਂ ਪਹਿਲੀ ਪ੍ਰੈਪਰੇਸ਼ਨ ਆ, ਤਿਆਰੀ ਕਰਨਾ। ਜਿਹੜੀ ਨੀਤੀ ਨੂੰ ਅਸੀਂ ਚੇਂਜ ਕਰਨ ਜਾ ਰਹੇ ਹਾਂ ਉਹ ਚੰਗੀ ਤਰ੍ਹਾਂ ਤਿਆਰ ਕੀਤੀ ਹੋਣੀ ਚਾਹੀਦੀ ਆ।
ਜਿਹੜਾ ਇਸ਼ੂ ਆ ਜਾਂ ਮੁੱਦਾ ਹੈ ਉਸ ਨੂੰ ਸਮਝਣ ਲਈ ਖੋਜ ਕਰਕੇ ਪੜਤਾਲ ਕਰਕੇ ਚੰਗੀ ਤਰ੍ਹਾਂ ਵੱਧ ਤੋਂ ਵੱਧ ਜਾਣਿਆ ਜਾਵੇ। ਫਿਰ ਹੈਗੀ ਆ ਪਲੈਨਿੰਗ, ਯੋਜਨਾ। ਨੀਤੀ ਦਾ ਬਦਲਾਅ ਕਰਨ ਲਈ ਧਿਆਨਪੂਰਵਕ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਸਮੁੱਚੀ ਰਣਨੀਤੀ ਆ ਜਿਹੜੀ ਇਸ ਨੂੰ ਇਸ ਤਰ੍ਹਾਂ ਦੇ ਪ੍ਰਭਾਵ ਨਾਲ ਪੇਸ਼ ਕਰੇ ਕਿ ਵਾਕਈ ਇੱਕ ਬਦਲਾਅ ਦੀ ਜ਼ਰੂਰਤ ਹੈਗੀ ਆ, ਤਾਂ ਇਸ ਤਰ੍ਹਾਂ ਨਾਲ ਇਹ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ। ਅੱਗੇ ਹੈਗਾ ਨਿੱਜੀ ਸੰਪਰਕ, ਪਰਸਨਲ ਕੰਟੈਕਟ। ਜੋ ਵੀ ਨੀਤੀ ਨਿਰਮਾਣ ਕਰਨ ਵਾਲੀ ਕਮੇਟੀ ਆ ਜਾਂ ਨੀਤੀ ਨਿਰਮਾਣ ਕਰਤਾ ਨੇ, ਤਾਂ ਉਹ ਜਿਹੜੇ ਵੀ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਸੰਪਰਕ ਵਿੱਚ ਰੱਖਣ। ਪ੍ਰਭਾਵਿਤ ਲੋਕਾਂ ਤੋਂ ਭਾਵ ਹੈ ਕਿ ਜਿਵੇਂ ਤੁਹਾਡੀ ਸਪੋਜ਼ ਕਰੋ ਐਜੂਕੇਸ਼ਨਲ ਪਾਲਿਸੀ ਬਣ ਰਹੀ ਹੈ ਤਾਂ ਐਜੂਕੇਸ਼ਨ ਨਾਲ ਸੰਬੰਧਿਤ ਜੋ ਵੀ ਲੋਕ ਨੇ ਉਹਨਾਂ ਨੂੰ ਸੰਪਰਕ ਵਿੱਚ ਰੱਖਣਾ। ਫਿਰ ਹੈਗਾ ਸਮੁਦਾਇ ਦੀ ਨਬਜ਼ ਪਹਿਚਾਨਣੀ, ਪਲਸ ਆਫ ਦਾ ਕਮਿਊਨਿਟੀ। ਤਾਂ ਹੁਣ ਟ੍ਰੈਂਡ ਕੀ ਚੱਲ ਰਿਹਾ ਕਮਿਊਨਿਟੀ ਦੇ ਵਿੱਚ, ਸਮਾਜ ਦੇ ਵਿੱਚ, ਇਹ ਚੀਜ਼ ਵੀ ਦੇਖਣੀ ਬਹੁਤ ਜ਼ਰੂਰੀ ਹੈ ਨੀਤੀ ਦਾ ਨਿਰਮਾਣ ਕਰਨ ਲਈ। ਤਾਂ ਕਿਉਂਕਿ ਸੋਸ਼ਲ ਚੇਂਜ ਆਉਂਦੀ ਰਹਿੰਦੀ ਆ, ਤਾਂ ਜੇ ਅਸੀਂ ਸਮਾਜ ਮੁਤਾਬਕ ਨਹੀਂ ਚੱਲਾਂਗੇ ਤਾਂ ਨੀਤੀ ਦਾ ਵਿਰੋਧ ਕਰਨ ਵਾਲੇ ਜ਼ਿਆਦਾ ਹੋਣਗੇ ਤੇ ਸਮਰਥਨ ਕਰਨ ਵਾਲੇ ਘੱਟ ਹੋਣਗੇ। ਇਸ ਲਈ ਨੀਤੀ ਨਿਰਮਾਣ ਕਰਨ ਲੱਗੇ ਸਮੁਦਾਇ ਦੀ ਨਬਜ਼ ਪਹਿਚਾਨਣੀ ਬਹੁਤ ਜ਼ਰੂਰੀ ਆ। ਅੱਗੇ ਸਾਡੇ ਕੋਲ ਪੁਆਇੰਟ ਹੈਗਾ ਪੋਜ਼ਿਟਿਵਿਜ਼ਮ, ਸਕਾਰਾਤਮਕਤਾ। ਤਾਂ ਸਕਾਰਾਤਮਕਤਾ ਜਿਹੜੀ ਆ ਕਿਸੇ ਵੀ ਪਲੈਨਿੰਗ ਲਈ, ਕਿਸੇ ਵੀ ਨੀਤੀ ਨਿਰਮਾਣ ਲਈ, ਕੋਈ ਵੀ ਕੰਮ ਸ਼ੁਰੂ ਕਰਨ ਲਈ ਬਹੁਤ ਜ਼ਰੂਰੀ ਆ। ਤਾਂ ਨੀਤੀ ਨਿਰਮਾਣ ਕਰਨ ਦੇ ਵਿੱਚ ਜਿਹੜੀ ਸਕਾਰਾਤਮਕਤਾ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਆ। ਤਾਂ ਹਰੇਕ ਜਿਹੜਾ ਪੱਖ ਉਸ ਨੂੰ ਸਹੀ ਢੰਗ ਨਾਲ ਸਕਾਰਾਤਮਕ ਤੌਰ 'ਤੇ ਸੋਚਿਆ ਜਾਣਾ ਚਾਹੀਦਾ ਹੈ। ਫਿਰ ਹੈ ਪਾਰਟੀਸਿਪੇਸ਼ਨ, ਸਹਿਭਾਗੀਤਾ। ਤਾਂ ਵੱਧ ਤੋਂ ਵੱਧ ਲੋਕਾਂ ਨੂੰ, ਜਿਵੇਂ ਹੁਣ ਤੁਸੀਂ ਐਗਜ਼ਾਮਪਲ ਲੈ ਲਓ ਕਿ ਸਾਡੀ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹ ਲਾਗੂ ਹੋਈ ਆ, ਤਾਂ ਇਸ ਦੇ ਨਿਰਮਾਣ ਨੂੰ ਕਾਫੀ ਸਾਲ ਲੱਗੇ ਨੇ। ਤਾਂ ਵੱਧ ਤੋਂ ਵੱਧ ਲੋਕਾਂ ਦੀ ਪਾਰਟੀਸਿਪੇਸ਼ਨ ਜਿਹੜੀ ਇਹਦੇ ਵਿੱਚ ਰਹੀ ਆ। ਤਾਂ ਇੱਕ ਚੰਗੀ ਨੀਤੀ ਆ ਜਿਹੜੀ ਉਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਹਿਭਾਗਿਤਾ ਹੁੰਦੀ ਆ। ਯੋਜਨਾਬੱਧ ਢੰਗ ਨਾਲ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਮੁੱਖ ਤੌਰ 'ਤੇ ਅਜਿਹੇ ਵਿਅਕਤੀ ਇਹਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ ਜਾਂ ਮੁੱਖ ਭੂਮਿਕਾ ਨਿਭਾਉਂਦੇ ਨੇ ਜਿਹੜੇ ਸਮਾਜ ਦੇ ਬੁੱਧੀਜੀਵੀ ਹੁੰਦੇ ਨੇ, ਜਾਂ ਇਹ ਕਹਿ ਲਓ ਕਿ ਸਮਾਜ ਦੇ ਵਿੱਚ ਬਹੁਤ ਜਿਹੜੀ ਲਗਾਤਾਰ ਉਹ ਭੂਮਿਕਾਵਾਂ ਨਿਭਾਉਂਦੇ ਰਹਿੰਦੇ ਨੇ, ਜਿਨ੍ਹਾਂ ਉੱਪਰ ਸਮਾਜ ਆ ਜਿਹੜਾ ਉਹ ਲਗਾਤਾਰ ਕੇਂਦਰਿਤ ਰਹਿੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਸਹਿਭਾਗਿਤਾ ਬਹੁਤ ਜ਼ਰੂਰੀ ਹੈ। ਅੱਗੇ ਹੈਗਾ ਪਬਲਿਸਿਟੀ, ਪ੍ਰਚਾਰ। ਤਾਂ ਕਿਸੇ ਵੀ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਵਿੱਚ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕੀਤਾ ਜਾਣਾ ਬਹੁਤ ਜ਼ਰੂਰੀ ਆ। ਪ੍ਰਚਾਰ ਕਰਨ ਦੇ ਅਲੱਗ-ਅਲੱਗ ਸਾਧਨ ਹੋ ਸਕਦੇ ਨੇ, ਇੰਟਰਨੈਟ ਹੋ ਸਕਦਾ, ਅਖਬਾਰ ਹੋ ਸਕਦੇ ਨੇ, ਜਾਂ ਵਿਅਕਤੀਗਤ ਸਾਧਨ ਹੋ ਸਕਦੇ ਨੇ, ਕੋਈ ਵੀ ਸਾਧਨ ਹੋ ਸਕਦੇ ਨੇ। ਫਿਰ ਹੈ ਦ੍ਰਿੜਤਾ। ਤਾਂ ਜੋ ਵੀ ਨੀਤੀ 'ਚ ਬਦਲਾਅ ਕਰਨਾ ਹੈ ਜਾਂ ਨੀਤੀ ਚੇਂਜ ਕਰਨੀ ਹੈ ਜਾਂ ਨਵੀਂ ਨੀਤੀ ਲਾਗੂ ਕਰਨੀ ਹੈ, ਉਸ ਨੂੰ ਟਾਈਮ ਲੱਗਦਾ ਹੈ, ਪਰ ਜਿਹੜਾ ਵੀ ਕੰਮ ਕੀਤਾ ਜਾਵੇ ਉਸ ਨੂੰ ਪੂਰੇ ਪੜਤਾਲ ਨਾਲ, ਲੇਖੇ ਜੋਖੇ ਨਾਲ ਕਰਕੇ ਪੂਰੀ ਦ੍ਰਿੜਤਾ ਨਾਲ ਉਸ ਨੂੰ ਯਕੀਨੀ ਬਣਾਇਆ ਜਾਵੇ ਕਿ ਉਹਦੇ ਵਿੱਚ ਜੋ ਵੀ ਪਰਿਵਰਤਨ ਕੀਤੇ ਜਾ ਰਹੇ ਨੇ ਪੁਰਾਣੀ ਨੀਤੀ ਵਿੱਚ, ਉਹ ਬਿਲਕੁਲ ਸਹੀ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਦੋ ਅਰਥੀ ਗੱਲ ਨਹੀਂ ਹੈ ਕਿ ਅਸੀਂ ਥੋੜ੍ਹੇ ਟਾਈਮ ਲਈ ਹੀ ਅਸੀਂ ਜੋ ਨੀਤੀ ਆ ਘੜ ਰਹੇ ਹਾਂ। ਲੌਂਗ ਟਾਈਮ ਲਈ ਨੀਤੀ ਘੜਨ ਲਈ ਸਾਨੂੰ ਦ੍ਰਿੜ ਇਰਾਦਾ ਰੱਖਣਾ ਚਾਹੀਦਾ ਹੈ। ਤਾਂ ਅੱਜ ਦੀ ਵੀਡੀਓ ਇੰਨੀ। ਇੱਕ ਕੁਐਸਚਨ ਤੁਹਾਡਾ ਲੌਂਗ ਕੰਪਲੀਟ ਹੁੰਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ। ਤਾਂ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।